ਸਟਾਰਟਅਪ ਵਿੱਚ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫੇਰ ਤੁਹਾਡੇ ਲਈ ਸਟਾਰਟਅਪ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਸਟਾਰਟਅਪ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਕਰੰਟ ਇਸ਼ੂਜ਼ ਹੁੰਦੇ ਨੇ, ਜੋ ਭਖਵੇਂ ਮੁੱਦੇ ਹੁੰਦੇ ਨੇ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਅੱਜ ਵੀ ਤੁਹਾਡੇ ਲਈ ਇਸ ਤਰ੍ਹਾਂ ਦਾ ਇੱਕ ਭਖਵਾਂ ਮੁੱਦਾ ਲੈ ਕੇ ਆਏ ਹਾਂ ਅਤੇ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ, ਅਤੇ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ ਇਸ ਮੁੱਦੇ 'ਤੇ। ਇਹ ਮੁੱਦਾ ਹੈ ਕਿ ਪੈਂਡੈਮਿਕ ਤੋਂ ਬਾਅਦ ਜਾਂ ਰਸ਼ੀਆ ਅਤੇ ਯੂਕਰੇਨ ਦੀ ਜੰਗ ਦੇ ਦੌਰਾਨ ਜੋ ਬਹੁਤ ਸਾਰੇ ਡਿਵੈਲਪਿੰਗ ਕੰਟਰੀਜ਼ ਨੇ, ਉਹਨਾਂ ਦੇ ਜੋ ਹਾਲਾਤ ਬਣੇ ਹੋਏ ਨੇ, ਇਹ ਕਿਹਾ ਜਾ ਰਿਹਾ ਹੈ ਕਿ ਕਾਫੀ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨੇ ਇਹ ਦੇਸ਼। ਖਾਸ ਕਰਕੇ ਜੇ ਆਪਾਂ ਸ਼੍ਰੀਲੰਕਾ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਵੀ ਜਿਹੜੀ ਸ਼੍ਰੀਲੰਕਾ ਦੀ ਆਰਥਿਕਤਾ ਹੈ ਉਹ ਤਕਰੀਬਨ ਤਬਾਹ ਹੋ ਚੁੱਕੀ ਹੈ, ਅਤੇ ਜਿਸ ਦੇ ਲਈ ਉੱਥੇ ਦੀ ਸਰਕਾਰ ਨੂੰ ਜਿਹੜੀਆਂ ਮਾਹਰ ਨੇ ਉਹ ਜ਼ਿੰਮੇਵਾਰ ਠਹਿਰਾ ਰਹੇ ਨੇ। ਉੱਥੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਨੇ ਵੀ ਉਹਨਾਂ ਨੇ ਪੂਰੇ ਦੇਸ਼ ਦਾ ਜਿਹੜਾ ਫਾਈਨੈਂਸ ਸੀ ਉਹਨੂੰ ਮਿਸਮੈਨੇਜ ਕੀਤਾ, ਲੋੜ ਨੂੰ ਵੱਧ ਖਰਚੇ ਕੀਤੇ, ਜਿੰਨੀ ਉਹਨਾਂ ਦੀ ਆਮਦਨ ਸੀ ਉਸ ਤੋਂ ਵੱਧ ਖਰਚੇ ਕੀਤੇ। ਸੋ ਹਾਲਾਤ ਇਹ ਹੋ ਗਏ ਨੇ ਸ਼੍ਰੀਲੰਕਾ ਦੇ ਕਿ ਸ਼੍ਰੀਲੰਕਾ ਜਿਹੜਾ ਉਹ ਬੈਂਕਰਪਸੀ ਵੱਲ ਵੱਧ ਰਿਹਾ, ਅਤੇ ਪੂਰੇ ਜਿਹੜਾ ਦੇਸ਼ ਦੇ ਹਾਲਾਤ ਨੇ ਬੜੇ ਮਾੜੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਣੇ ਹੋਏ ਨੇ। ਕੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਣਗੇ ਪੂਰੀ ਦੁਨੀਆ ਦੇ ਵਿੱਚ? ਸੋ ਇਸ ਮੁੱਦੇ 'ਤੇ ਅੱਜ ਚਰਚਾ ਕਰਾਂਗੇ ਹਰਕੀਰਤ ਹੋਣਾ ਦੇ ਨਾਲ। ਹਰਕੀਰਤ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਨ ਜੀ। ਅੱਛਾ ਹਰਕੀਰਤ ਜੀ, ਜਿਵੇਂ ਕਿ ਮੈਂ ਗੱਲ ਕੀਤੀ ਵੀ ਸ਼੍ਰੀਲੰਕਾ ਦੇ ਜਿਹੜੇ ਹਾਲਾਤ ਨੇ ਕਾਫੀ ਮਾੜੇ ਨੇ ਅਤੇ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ। ਕੋਈ ਅਜੇ ਤੱਕ ਰਿਕਵਰੀ ਦੇ ਕੋਈ ਚਾਂਸਿਸ ਨਹੀਂ ਲੱਗ ਰਹੇ। ਸੋ ਇਹ ਐਕਚੁਅਲ 'ਚ ਇਹ ਕਿਹਾ ਜਾ ਰਿਹਾ ਵੀ ਬਹੁਤ ਸਾਰੇ ਦੇਸ਼ ਨੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਨੇ। ਇਹ ਅਸਲ 'ਚ ਮੁੱਦਾ ਹੈ ਕੀ ਇਹ? ਸਿਮਰਨ ਜੀ, ਇਹ ਇਹਦੀ ਜਿਸ ਗੱਲ ਤੁਸੀਂ ਸ਼੍ਰੀਲੰਕਾ ਦੀ ਕੀਤੀ ਹੈ, ਹਾਂਜੀ, ਪਹਿਲਾਂ ਮੈਂ ਥੋੜ੍ਹਾ ਜਿਹਾ ਤੋਂ ਪਿੱਛੇ ਜਾਣਾ ਚਾਹੁੰਦਾ। ਸਿਰਫ 2 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ 15 ਫੈਬਰਵਰੀ ਨੂੰ ਵਰਲਡ ਬੈਂਕ ਨੇ ਇੱਕ ਵਾਰਨਿੰਗ ਜਿਹੜੀ ਦਿੱਤੀ ਸੀ। ਹਾਂਜੀ, ਉਹ ਕੰਟਰੀਜ਼ ਬਾਰੇ ਇਹ ਦੱਸਿਆ ਸੀ ਜਿਨ੍ਹਾਂ ਚੋਂ 70 ਕੰਟਰੀ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਜਿਹੜੀ ਡਿਵੈਲਪਿੰਗ ਇਕਨੋਮੀਜ਼ ਹੈ ਨੇ ਉਹ ਆਪਣੇ ਡੈਟ ਜਿਹੜੀ ਉਹਨਾਂ ਦੀ ਇੰਸਟਾਲਮੈਂਟ ਹੈ ਉਹਨੂੰ ਉਹ ਡਿਫਾਲਟ ਕਰ ਦੇਣਗੀਆਂ। ਠੀਕ ਹੈ। ਜੋ ਡੈਟ ਲਿੱਤਾ ਜਾਂਦਾ ਉਹਦੀ ਜੋ ਕਿਸ਼ਤ ਵਾਪਸ ਕਰਨੀ ਹੁੰਦੀ ਉਹ ਡਿਫਾਲਟ ਕਰ ਸਕਦੇ ਨੇ। ਜਿਨ੍ਹਾਂ ਚੋਂ 25 ਜਿਹੜੇ ਕੰਟਰੀਜ਼ ਸੀ ਉਹ ਏਸ਼ੀਆ ਪੈਸੀਫਿਕ ਵਿੱਚ ਸੀ, 25 ਜਿਹੜੇ ਕੰਟਰੀਜ਼ ਸੀ ਉਹ ਸਾਊਥ ਅਫਰੀਕਾ ਵਿੱਚ ਸੀ, ਅਫਰੀਕਾ ਵਿੱਚ ਸੀ, ਔਰ ਜਿਹੜੇ ਬਾਕੀ ਜਿਹੜੇ 19 ਕੰਟਰੀਜ਼ ਸੀ ਉਹ ਲੈਟਨ ਅਮਰੀਕਨ ਕੰਟਰੀਜ਼ ਸੀ। ਠੀਕ ਹੈ। ਸੋ ਇਹਨਾਂ ਦੀ ਜਿਹੜੀਆਂ ਵਾਰਨਿੰਗ ਸੀ ਇਹ ਨਹੀਂ ਕਿ ਨਹੀਂ ਦਿੱਤੀਆਂ ਗਈਆਂ ਸੀ, ਪਹਿਲਾਂ ਇਹ ਸਭ ਚੀਜ਼ ਦੀਆਂ ਦਿੱਤੀਆਂ ਗਈਆਂ ਸੀ। ਲੇਕਿਨ ਉਸ ਟਾਈਮ ਆਮ ਇਹ ਧਾਰਨਾ ਜਿਹੜੀ ਲੋਕਾਂ ਦੀ ਹੁੰਦੀ ਹੈ ਕਿ ਦੇ ਨੂੰ ਬੜੀ ਕੇਅਰਸ ਅਬਾਊਟ ਇਟ। ਉਹ ਕਹਿੰਦਾ ਠੀਕ ਹੈ ਜੀ, IMF ਕਹਿੰਦਾ ਇਹ ਚੀਜ਼ ਠੀਕ ਹੈ ਹੋਏਗੀ। ਲੇਕਿਨ ਜੇ ਤੁਸੀਂ ਇੱਦੋਂ ਵੀ ਪਿੱਛੇ ਚਲੇ ਜਾਓ 80s ਦੇ ਵਿੱਚ, ਜੋ 80s ਦੇ ਵਿੱਚ ਸਿਗਨਲਸ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ, ਜੋ ਵੀ ਆਉਣ ਵਾਲੀ ਇਕਨੋਮੀ ਦੇ ਸਿਚੁਏਸ਼ਨ ਹੁੰਦੀ ਹੈ, ਉਹਦੀ ਹੈਲਥ ਹੁੰਦੀ ਹੈ ਇਕਨੋਮੀ ਦੀ, ਤਾਂ ਜਿਹੜਾ ਵਰਲਡ ਬੈਂਕ ਹੈ ਉਹ ਹੋਰ ਚੀਜ਼ਾਂ ਨੇ ਉਹ ਪਹਿਲਾਂ ਸਿਗਨਲ ਦੇਣੇ ਸ਼ੁਰੂ ਕਰ ਦਿੰਦੀਆਂ ਨੇ ਵੀ ਆਹ ਜਿਹੀ ਚੀਜ਼ ਹੈ ਨੇ, ਆਹ ਸਿਗਨਲ ਸਾਨੂੰ ਲੱਗਦਾ ਕਿ ਇਹਦੀ ਆਉਣ ਵਾਲੇ ਭਵਿੱਖ ਇਹਦਾ ਹੋ ਸਕਦਾ ਹੈਗਾ। ਠੀਕ ਹੈ। ਹੁਣ ਜਦ 80s ਵਿੱਚ ਆਪਾਂ ਗੱਲ ਕਰੀਏ, ਜਦ ਰਿਸੈਸ਼ਨ ਆਇਆ ਖਾਸ ਕਰਕੇ ਲੈਟਨ ਅਮਰੀਕਨ ਕੰਟਰੀਜ਼ ਦੇ ਵਿੱਚ, ਤਾਂ ਉਹ ਜਿਹੜੀਆਂ 2 ਮੇਜਰ ਚੀਜ਼ਾਂ ਹੁੰਦੀਆਂ ਨੇ ਜਿਹੜੀ ਕਿ ਅੱਜ ਆਪਾਂ ਸੇਮ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਠੀਕ ਹੈ। ਇੱਕ ਹਾਈ ਡੈਟ ਔਰ ਇੱਕ ਉਹਨਾਂ ਦੀ ਜਿਹੜੀ ਹੁੰਦੀ ਹੈ ਆਇਲ ਪ੍ਰਾਈਸਿਸ। ਸੋ ਜਦ ਆਇਲ ਪ੍ਰਾਈਸਿਸ ਬਹੁਤ ਜ਼ਿਆਦਾ ਰਾਈਜ਼ ਕਰ ਜਾਂਦੇ ਨੇ, ਕਿਉਂਕਿ ਜਿਹੜੀ ਹੁਣ ਚੱਲ ਰਿਹਾ, ਮੈਨੂੰ ਲੱਗਦਾ ਆਉਣ ਵਾਲੇ 10 ਸਾਲ ਦੇ ਤੋਂ ਬਾਅਦ ਤੱਕ ਜਾਂ ਪਹਿਲਾਂ ਤੱਕ ਆਪਾਂ ਗੱਲ ਕਰ ਲਈਏ ਕਿ ਆਇਲ ਪ੍ਰਾਈਸਿਸ ਵਿਲ ਬੀ ਦਾ ਮੇਜਰ ਥਿੰਗ ਜਿਹੜੇ ਕਿ ਇਹ ਪ੍ਰਿਡਿਕਟ ਕਰਨੇ, ਫੋਰਕਾਸਟ ਕਰਨਗੇ ਕਿ ਤੁਹਾਡੀ ਜਿਹੜੀ ਹੈਲਥ ਹੈ, ਇਕਨੋਮੀ ਦੀ ਹੈਲਥ ਕਿਸੇ ਵੀ ਕੰਟਰੀ ਦੀ ਉਹ ਕਿਵੇਂ ਹੋਏਗੀ। ਠੀਕ ਹੈ। ਕਿਉਂਕਿ ਜਦ ਆਇਲ ਦੇ ਪ੍ਰਾਈਸਿਸ ਰਾਈਜ਼ ਕਰਦੇ ਨੇ ਤਾਂ ਬਾਕੀ ਸਭ ਚੀਜ਼ ਦੇ ਪ੍ਰਾਈਸਿਸ ਵੀ ਰਾਈਜ਼ ਕਰ ਜਾਂਦੇ ਨੇ। ਤਾਂ ਜਦ 80s ਦੀ ਆਪਾਂ ਗੱਲ ਦੇਖੀਏ ਤਾਂ ਜਦ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਹੋ ਗਏ, ਅਨਐਮਪਲੋਇਮੈਂਟ ਰੇਟ ਜਿਹੜਾ ਹੋਈ ਹੈ, ਸਲੋ ਗਰੋਥ ਹੁੰਦੀ ਹੈ ਉਸ ਚੀਜ਼ ਦੇ ਨਾਲ, ਤਾਂ ਜਿਹੜਾ ਪਹਿਲਾ ਕੰਟਰੀ ਜਿਹੜਾ ਹੈ ਸੀ ਉਹ ਜਿਹੜਾ ਫਾਲ ਹੋਇਆ ਦੈਟ ਵਾਜ਼ ਮੈਕਸੀਕੋ। ਫਿਰ ਮੈਕਸੀਕੋ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਨਾਲ ਕੰਟਰੀ ਮੈਂ ਨੋਟ ਕੀਤੇ ਨੇ, ਦੇਖੇ ਹੋਏ ਨੇ, ਉਸ ਨਾਲ ਜਿਹੜੇ ਕੰਟਰੀ ਹੈ ਸੀ ਬ੍ਰਾਜ਼ੀਲ, ਅਰਜਨਟੀਨਾ, ਪੀਰੂ, ਇੱਕ ਕੋਲੰਬੀਆ, ਵੈਨਜ਼ੂਏਲਾ, ਇਕਵਾਡੋਰ, ਇਹ ਸਾਰੇ ਹੌਲੀ ਹੌਲੀ ਕਰਕੇ ਜੇ ਉਹ ਫਾਲ ਕਰ ਗਏ ਸੀ। ਉਹਨਾਂ ਦੀ ਇਕਨੋਮੀ ਜਿਹੜੀਆਂ ਹੈ ਸੀ ਉਹ ਕਲੈਪਸ ਕਰ ਗਈਆਂ ਸੀ। ਸੋ ਜੇ ਅੱਜ ਆਪਾਂ ਇਹ ਗੱਲ ਕਰੀਏ ਵੀ ਅੱਜ ਜਿਹੜੀ ਸਿਚੁਏਸ਼ਨ ਹੈਗੀ ਹੈ ਜਾਂ 2008 ਤੋਂ ਪਹਿਲਾਂ ਦੀ ਜਿਹੜੀ ਸਿਚੁਏਸ਼ਨ ਹੈ ਸੀ, ਤਾਂ ਅੱਜ ਜਿਹੜੀ ਸਿਚੁਏਸ਼ਨ ਜਨਵਰੀ ਦੇ ਵਿੱਚ ਇਹਦੇ 2 ਮੇਜਰ ਕਾਰਨ ਹੋਏ ਸੀ ਜਿਹੜੇ ਸਭ ਤੋਂ ਜ਼ਿਆਦਾ ਪਹਿਲਾਂ ਹੋਏ ਸੀ। ਜਿਹੜਾ ਮੇਨ ਕਾਰਨ ਸੀ ਉਹ ਸੀ ਪੈਂਡੇਮਿਕ। ਠੀਕ ਹੈ। ਪੈਂਡੇਮਿਕ ਜਦ ਆਇਆ 2 ਸਾਲ ਦੇ ਵਿੱਚ ਜਿੱਦਾਂ ਦੀ ਸਿਚੁਏਸ਼ਨ ਹੋਈ, ਸਾਰਾ ਕੁਝ ਹੋਇਆ, ਲੇਕਿਨ ਉਹਦੇ ਨਾਲ ਅਸੀਂ ਇਹ ਕਦੇ ਪ੍ਰੈਡਿਕਟ ਨਹੀਂ ਕੀਤਾ ਸੀ ਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਇਕਨੋਮਿਕਲੀ ਸਾਨੂੰ ਕਿੰਨਾ ਇੰਪੈਕਟ ਪੜੇਗਾ ਜਾਂ ਇਕਨੋਮਿਕ ਹੈਲਥ ਹੈ ਜਿਹੜੀ ਕੰਟਰੀਜ਼ ਦੇ ਉਹਨਾਂ ਵਿੱਚ ਕੀ ਇਫੈਕਟ ਪਏਗਾ ਇਸ ਚੀਜ਼ ਦਾ।
ਸੋ ਲੇਕਿਨ ਵਰਲਡ ਬੈਂਕ ਨੂੰ ਜਾਂ ਜਿਹੜੀਆਂ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੀਆਂ ਨੇ ਜਿਹੜੀਆਂ ਕਿ ਜਿਹੜੇ ਸਰਵੇਸ ਕਰਦੀਆਂ ਨੇ ਜਾਂ ਜਿਹੜੇ ਇਸ ਤੇ ਨਜ਼ਰ ਰੱਖਦੀਆਂ ਨੇ ਜਿਹੜੀਆਂ ਬਾਡੀਜ਼ ਹੁੰਦੀਆਂ ਨੇ ਉਹਨਾਂ ਨੂੰ ਇਹ ਗੱਲ ਦਾ ਅੰਦੇਸ਼ਾ ਹੋ ਗਿਆ ਸੀ ਕਿ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ ਗਹਿਰਾ ਇੰਪੈਕਟ ਪੈਣ ਵਾਲਾ, ਖਾਸ ਕਰਕੇ ਉਹ ਕੰਟਰੀ ਜਿਹੜੇ ਕਿ ਡਿਵੈਲਪਿੰਗ ਕੰਟਰੀਜ਼ ਹੁੰਦੇ ਨੇ। ਕਿਉਂਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਹੁੰਦੇ ਨੇ ਨਾ ਸਰ, ਉਹਨਾਂ ਦੀ ਇੱਕ ਬਹੁਤ ਵੱਡੀ ਇੱਕ ਸਿਮਿਲੈਰਿਟੀਜ਼ ਹੁੰਦੀਆਂ ਨੇ ਉਹਨਾਂ ਦੇ ਆਪਸ ਦੇ ਵਿੱਚ ਕਿ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੀ ਉਹਨਾਂ ਦਾ ਇੰਪੋਰਟ ਹੁੰਦਾ ਔਰ ਉਹਨਾਂ ਦੀ ਐਕਸਪੋਰਟ ਹੁੰਦਾ ਉਹ ਬਹੁਤ ਡਿਪੈਂਡ ਕਰਦਾ ਹੈਗਾ। ਕਿਉਂਕਿ ਦੇਰ ਆਰ ਮੋਰ ਕੰਜ਼ਿਊਮਰਸ, ਉਹ ਇੰਪੋਰਟ ਜ਼ਿਆਦਾ ਕਰਦੇ ਨੇ ਔਰ ਉਹਨੂੰ ਜਦੋਂ ਡੈਟ ਲੈਂਦੇ ਨੇ IMF ਤੋਂ, ਤੇ ਡੈਟ ਲੈਂਦੇ ਨੇ ਉਹਨੂੰ ਪੇ ਕਰਨਾ ਹੁੰਦਾ ਡਾਲਰਸ ਦੇ ਵਿੱਚ। ਸੋ ਜੇ ਡਾਲਰਸ ਦਾ ਰੇਟ ਕਦ ਵੱਧਦਾ ਘਟਦਾ ਜਦ ਆਇਲ ਦਾ ਵਾਧਾ ਘਟਦਾ ਹੈਗਾ। ਸੋ ਇਹ ਚਾਹੇ ਇੰਟਰਲਿੰਕਡ ਨੇ, ਲੇਕਿਨ ਜਿਹੜਾ ਇਦੋਂ ਬਹੁਤ ਜ਼ਿਆਦਾ ਇਹਨੂੰ ਟ੍ਰਿਗਰ ਕੀਤਾ ਇਸ ਚੀਜ਼ ਨੂੰ, ਦੈਟ ਵਾਜ਼ ਦਾ ਯੂਕਰੇਨ ਵਾਰ। ਠੀਕ ਹੈ। ਲੇਕਿਨ ਇਹ ਨਾ ਸੋਚੋ ਕਿ ਯੂਕਰੇਨ ਵਾਰ ਜੇ ਨਾ ਹੁੰਦੀ ਤਾਂ ਇਹ ਠੀਕ ਹੈ ਪ੍ਰੋਸੈਸ ਸਲੋ ਹੋਣਾ ਸੀ, ਲੇਕਿਨ ਯੂਕਰੇਨ ਵਾਰ ਨੇ ਰਸ਼ੀਆ ਜਾਂ ਇਨਵੇਡ ਕੀਤਾ ਤਾਂ ਉਹਦੇ ਨਾਲ ਬਹੁਤ ਸਾਰੀ ਜਿਹੜੀ ਡਿਵੈਲਪਿੰਗ ਇਕਨੋਮੀਜ਼ ਹੈ ਸੀ ਉਹਨਾਂ ਤੇ ਇੰਪੋਰਟ ਦੇ ਉੱਪਰ ਬਹੁਤ ਜ਼ਿਆਦਾ ਫਰਕ ਪਿਆ ਹੈ। ਖਾਸ ਕਰਕੇ ਕਿਉਂਕਿ ਯੂਕਰੇਨ ਔਰ ਰਸ਼ੀਆ ਦੇ ਆਰ ਦਾ ਲਾਰਜੈਸਟ ਐਕਸਪੋਰਟਰ ਆਫ ਵੀਟ ਐਂਡ એનર્ਜੀ। ਹੁਣ ਯੂਰਪ ਜਿਹੜਾ ਟੋਟਲੀ ਡਿਪੈਂਡ ਕਰਦਾ ਹੈਗਾ એનર્ਜੀ ਤੇ ਇਹਦੇ ਵਾਸਤੇ। ਹੁਣ ਜਿੰਨੇ ਵੀ ਛੋਟੇ ਕੰਟਰੀ ਹੈ ਨੇ, ਖਾਸ ਕਰਕੇ ਜਿਵੇਂ ਯੂਰਪ ਦੇ ਵਿੱਚ ਲਾਈਏ ਤਾਂ ਟਰਕੀ, ਲੈਬਨਾਨ, ਆਪਣਾ ਇਜਿਪਟ, ਇਹ ਸਾਰੇ ਕੰਟਰੀ ਦੇ ਆਰ ਦਾ ਲਾਰਜੈਸਟ ਇੰਪੋਰਟਰ ਆਫ ਵੀਟ ਫਰੋਮ ਯੂਕਰੇਨ। ਤਾਂ ਹੀ ਮੈਂ ਪਿੱਛੇ ਜੇ ਇੱਕ ਹੋਰ ਆਰਟੀਕਲ ਪੜ੍ਹ ਰਿਹਾ ਜਿੱਥੇ ਲਿਖ ਰਿਹਾ ਸੀ ਹੁਣ ਹੋਰਡਿੰਗ ਸਭ ਤੋਂ ਜ਼ਿਆਦਾ ਕੌਣ ਕਰ ਰਿਹਾ? ਰਸ਼ੀਆ ਵੀਟ ਨੂੰ ਐਜ਼ ਆ ਵੈਪਨ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੇ ਆਰ ਹੋਲਡਿੰਗ ਆਲ ਦਾ ਵੀਟ, ਜਿਹੜੇ ਰਿਸੋਰਸਿਸ ਹੈਗੇ ਨੇ ਰਿਜ਼ਰਵਸ ਨੂੰ ਆਪਣੇ ਕਰਕੇ ਰੱਖ ਰਿਹਾ ਤਾਂ ਕਿ ਉਹ ਸਕੈਰਸਿਟੀ ਜਿਹੜੀ ਪੈਦਾ ਕਰ ਸਕੇ ਬਾਕੀ ਸਾਰੇ ਵਰਲਡ ਦੇ ਵਿੱਚ, ਤਾਂ ਕਿ ਉਹ ਵੀਟ ਦਾ ਪ੍ਰਾਈਸ ਬਹੁਤ ਜ਼ਿਆਦਾ ਹਾਈ ਹੋ ਜਾਵੇ। ਨਾਲੇ ਹਾਂ, ਕਿਉਂਕਿ ਹੁਣ ਪਿਛਲੇ ਦਿਨਾਂ 'ਚ ਇਹ ਵੀ ਖਬਰਾਂ ਆ ਰਹੀਆਂ ਸੀ ਇਜਿਪਟ ਦੇ ਵਿੱਚ, ਜਿਵੇਂ ਤੁਸੀਂ ਕਿਹਾ ਵੀ ਜਿਹੜੇ ਵੱਡੇ ਐਕਸਪੋਰਟਰ ਨੇ ਇਹ ਰਸ਼ੀਆ ਤੇ ਯੂਕਰੇਨ। ਹਾਂਜੀ। ਤੇ ਹੁਣ ਇਜਿਪਟ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਵੀ ਕੁਝ ਹੀ ਦਿਨਾਂ ਦਾ ਜਿਹੜਾ ਅਨਾਜ ਰਹਿ ਗਿਆ ਉਹਨਾਂ ਦੇ ਕੋਲ, ਹੋਰ ਹੈ ਨਹੀਂਗਾ ਪੂਰੇ ਲੋਕਾਂ ਨੂੰ, ਸਿਰਫ 3 ਮਹੀਨੇ ਦਾ ਉਹਨਾਂ ਕੋਲ ਜਿਹੜੇ ਵੀਟ ਰਿਜ਼ਰਵਸ ਪਏ ਨੇ। ਇਸੇ ਤਰ੍ਹਾਂ ਹੀ ਸ਼੍ਰੀਲੰਕਾ ਦੇ ਵਿੱਚ ਤੇਲ ਕਿਹਾ ਜਾ ਰਿਹਾ ਸੀਗਾ ਵੀ ਕੁਝ ਦਿਨਾਂ ਦਾ ਤੇਲ ਰਹਿ ਗਿਆ। ਤੇ ਇਸੇ ਤਰ੍ਹਾਂ ਜਿਹੜੇ ਲੈਟਿਨ ਅਮਰੀਕਨ ਦੇਸ਼ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ। ਦੇਖੋ ਸਰ, ਗੱਲ ਇਹ ਹੈ ਕਿ ਇਹਨਾਂ 'ਚ ਜੋ ਆਪਾਂ ਧਿਆਨ ਨਾਲ ਗੱਲ ਦੇਖੀਏ ਤਾਂ ਇਹਨਾਂ ਦੀ ਸਾਰੇ ਜਿਹੜੇ ਡਿਵੈਲਪਿੰਗ ਕੰਟਰੀਜ਼ ਹੁੰਦੇ ਨੇ, ਜਿਹੜੇ ਕਲੈਪਸ, ਜਿਹੜੀ ਇਕਨੋਮੀਜ਼ ਦੀ ਪ੍ਰੋਬਲਮਸ ਆਉਂਦੀ ਆ, ਉਹਨਾਂ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈਗੀ ਹੈ ਉਹ ਹੁੰਦੀ ਹੈ ਮਿਸਮੈਨੇਜਮੈਂਟ ਆਫ ਫਾਈਨੈਂਸਿਸ। ਜਿਹੜੀ ਉਹਨਾਂ ਦੇ ਜਿੰਨੇ ਮੈਂ ਇਕਨੋਮਿਕ ਮਾਹਿਰ ਬੈਠੇ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਫਾਈਨੈਂਸ ਮਿਨਿਸਟਰਸ ਹੁੰਦੇ ਨੇ ਜਾਂ ਉਹਨਾਂ ਦਾ ਡਿਪਾਰਟਮੈਂਟ ਜਿਹੜਾ ਫਾਈਨੈਂਸ਼ੀਅਲ ਚੀਜ਼ ਨੂੰ ਹੈਂਡਲ ਕਰਦਾ, ਜਦ ਤੱਕ ਉਹ ਮਿਸਮੈਨੇਜ ਗਵਰਨਮੈਂਟ ਨਹੀਂ ਕਰੇਗੀ ਉਹਨਾਂ ਦੇ ਫਾਈਨੈਂਸਸ ਨੂੰ, ਜਦ ਤੱਕ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਮੇਰੇ ਖਿਆਲ ਹਰਕੀਰਤ ਜੀ, ਜਿਹੜੇ ਵੀ ਆਪਾਂ ਦੇਸ਼ਾਂ ਦੀ ਗੱਲ ਕਰ ਰਹੇ ਹਾਂ, ਜਿਹੜੇ ਏਸ਼ੀਆ ਦੇ ਦੇਸ਼ ਨੇ, ਜਿਵੇਂ ਹੁਣ ਸ਼੍ਰੀਲੰਕਾ ਹੋਇਆ, ਫਿਰ ਇੱਧਰ ਇਜਿਪਟ ਹੋ ਗਿਆ, ਤੇ ਲੈਟਿਨ ਅਮਰੀਕਨ ਕੰਟਰੀਜ਼ ਨੇ ਜਿਹੜੇ ਅਰਜਨਟੀਨਾ ਤੇ ਬ੍ਰਾਜ਼ੀਲ ਵਗੈਰਾ, ਤੇ ਉੱਧਰ ਮਿਡਲ ਈਸਟ 'ਚ ਲੈਬਨਾਨ। ਇਹ ਮੇਰਾ ਖਿਆਲ ਇਹਨਾਂ ਦੇਸ਼ਾਂ ਦੇ ਵਿੱਚ ਕਰਪਸ਼ਨ ਵੀ ਇੱਕ ਵੱਡਾ ਹਿੱਸਾ ਪਾ ਰਹੇ ਨੇ ਇਹਨਾਂ ਚੀਜ਼ਾਂ 'ਚ। ਬਿਲਕੁਲ। ਮੇਰਾ ਨੈਕਸਟ ਜਿਹੜਾ ਵਰਡ ਸੀ, ਜਿਹੜਾ ਸਭ ਤੋਂ ਵੱਡਾ ਵਰਡ, ਸਾਰੇ ਵਰਡਸ ਨੂੰ ਇੱਕ ਪਾਸੇ ਰੱਖ ਲਓ, ਜਿਹੜਾ ਕਿ ਸਭ ਤੋਂ ਜ਼ਿਆਦਾ ਕਰਪਸ਼ਨ ਵਰਡ ਹੈ ਉਹਨੂੰ ਇੱਕ ਪਾਸੇ ਰੱਖ ਲਈਏ ਤਾਂ ਉਹ ਇੱਕ ਬਰਾਬਰ ਹੋਣਗੇ ਜੀ। ਠੀਕ ਹੈ। ਕਿਉਂਕਿ ਜਦ ਕਰਪਸ਼ਨ ਹੁੰਦੀ ਹੈ, ਜਦ ਗਵਰਨਮੈਂਟ ਲੈਵਲ ਤੇ ਕਰਪਸ਼ਨ ਹੁੰਦੀ ਹੈਗੀ ਹੈ, ਤਦ ਅਨਇੰਪਲੋਇਮੈਂਟ ਵੱਧਦੀ ਹੈਗੀ ਹੈ ਔਰ ਮਿਸਮੈਨੇਜ ਫਾਈਨੈਂਸਸ ਹੁੰਦੇ ਨੇ। ਤੁਹਾਨੂੰ ਪਤਾ ਹੀ ਲੱਗਦਾ ਕਿ ਫਾਈਨੈਂਸਸ ਨੂੰ ਅਸੀਂ ਯੂਜ਼ ਕਿਵੇਂ ਕਰਨਾ। ਜਿਹੜੇ ਟੂਲਸ ਹੁੰਦੇ ਨੇ ਉਹ ਟੂਲਸ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ ਹੈਗੇ। ਦੈਟ ਇਜ਼ ਅ ਮੇਜਰ ਥਿੰਗ। ਔਰ ਫਿਰ ਆਪਣੀ ਜਿਹੜੀ ਨੈਸ਼ਨਲ ਇਨਕਮ ਹੁੰਦੀ ਆ, ਆਪਾਂ ਨੈਸ਼ਨਲ ਇਨਕਮ ਨੂੰ ਵਧਾਉਣਾ ਹੁੰਦਾ ਹੈਗਾ ਔਰ ਇੰਪੋਰਟ ਨੂੰ ਘੱਟ ਕਰਨਾ ਹੁੰਦਾ ਹੈਗਾ। ਅਸਲ ਨੂੰ ਜਿਹੜੀ ਆਪਾਂ IMF ਤੋਂ ਲੋਨਸ ਲੈਣੇ ਹੈਗੇ ਆ, ਬੋਰੋ ਕਰਦੇ ਹਾਂ, ਸੋ ਬੋਰੋਇੰਗ ਔਰ ਇਨਕਮ ਨੂੰ ਬਹੁਤ ਜ਼ਿਆਦਾ ਮੈਨੇਜ ਕਰਕੇ ਚੱਲਣਾ ਪੈਂਦਾ, ਬੈਲੈਂਸ ਕਰਕੇ ਚੱਲਣਾ ਪੈਂਦਾ ਹੈਗਾ। ਤੇ ਲੇਕਿਨ ਜਦ ਉੱਥੇ ਦੇ ਲੋਕ ਕਰਪਟ ਹੋ ਜਾਂਦੇ ਹੈਗੇ ਨੇ, ਜਦ ਕਰਪਸ਼ਨ ਜਿਹੜੀ ਬੇਸਿਕ ਚੀਜ਼ ਚਲੀ ਜਾਂਦੀ ਹੈਗੀ ਹੈ ਤਾਂ ਉਹ ਚੀਜ਼ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਿਲ, ਸਰਕਾਰ ਵਾਸਤੇ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ। ਲੇਕਿਨ ਜਦ ਸਰਕਾਰ ਦੇ ਵਿੱਚ ਕਰਪਸ਼ਨ ਆ ਜਾਂਦੀ ਹੈਗੀ ਹੈ, ਉਹਦੇ ਆਪਣੇ ਵੈਸਟਡ ਇੰਟਰਸਟ ਹੋ ਜਾਂਦੇ ਹੈਗੇ ਨੇ, ਤਾਂ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸਿਮਰਤ ਜੀ ਉਸ ਚੀਜ਼। ਹਾਂ, ਕਿਉਂਕਿ ਜਿਹੜੇ ਸ਼੍ਰੀਲੰਕਾ ਦਾ ਉਦਾਹਰਣ ਸਾਹਮਣੇ ਆਇਆ, ਉਹ ਉੱਥੇ ਇਹੀ ਕਿਹਾ ਜਾ ਰਿਹਾ ਵੀ ਜਿਹੜੇ ਉੱਥੇ ਦੇ ਰਾਸ਼ਟਰਪਤੀ ਨੇ ਤੇ ਉਹਨਾਂ ਤੇ ਇਹ ਇਲਜ਼ਾਮ ਲੱਗ ਰਹੇ ਨੇ ਵੀ ਉਹਨਾਂ ਨੇ ਪੂਰੇ ਦੇਸ਼ ਦਾ ਜਿਹੜਾ ਪੱਠਾ ਸਭ ਤੋਂ ਜ਼ਿਆਦਾ ਜਿਹੜਾ ਜ਼ਿੰਮੇਵਾਰੀ ਉਹਨਾਂ ਦੀ ਹੈ, ਕਿਉਂਕਿ ਉਹਨਾਂ ਨੇ ਜਿਹੜੇ ਫਾਈਨੈਂਸ ਨੂੰ ਮਿਸਮੈਨੇਜ ਕੀਤਾ, ਫਿਰ ਕਰਪਸ਼ਨ ਨੂੰ ਬੜਾਵਾ ਦਿੱਤਾ, ਤੇ ਉਸ ਤੋਂ ਬਾਅਦ ਜਿੰਨੇ ਕਿ ਉਹਨਾਂ ਦੀ ਸਮਰੱਥਾ ਸੀ ਉਸ ਤੋਂ ਕਿਤੇ ਵੱਧ ਜਿਹੜਾ ਖਰਚਾ ਕੀਤਾ। ਬਿਲਕੁਲ। ਮੇਰੇ ਖਿਆਲ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੋਰ ਜਿਹੜੇ ਦੇਸ਼ਾਂ ਦੇ ਨਾਂ ਵੀ ਆ ਰਹੇ ਉਹਨਾਂ 'ਚ ਵੀ ਹੋਣਗੇ। ਨਹੀਂ ਜੀ, ਹੋਣਗੇ ਨਹੀਂ। ਉਹ ਸਾਰੇ ਹੀ ਕੰਟਰੀ IMF ਨੇ ਇੱਕ ਵਾਰਨਿੰਗ ਜਿਹੜਾ ਲਿਸਟ ਜਿਹੜੀ ਜਾਰੀ ਕੀਤੀ ਹੈ, ਉਹਨੇ ਸਭ ਤੋਂ ਵੱਡਾ ਇੱਕ ਲਿਸਟ ਜਾਰੀ ਕੀਤੀ ਹੈਗੀ ਹੈ ਕਿ ਜੇ ਉਹ ਆਪਣੇ ਡੈਟ ਜਿਹੜੀ ਇੰਸਟਾਲਮੈਂਟਸ ਨੂੰ ਜਾਂ ਉਹ ਡਿਫਾਲਟ ਹੋ ਜਾਂਦੇ ਹੈਗੇ ਨੇ, ਉਹ ਵਾਪਸ ਕਰਨ ਦਾ ਸਮਰੱਥ ਹੋ ਜਾਂਦੇ ਹੈਗੇ, ਤਾਂ ਫਿਰ ਬਹੁਤ ਵੱਡੀ ਇਹ ਪ੍ਰੋਬਲਮ ਆਉਣ ਵਾਲੀ ਹੈ। ਐਂਡ ਇਟ ਕੈਨ ਬੀ ਜਿਹੜੀ
ਸ਼੍ਰੀਲੰਕਾ ਜਿਹੜੀ ਸਿਚੁਏਸ਼ਨ ਹੈਗੀ ਹੈ ਦੈਟ ਕੈਨ ਬੀ ਉਹ ਮਿਊਟੇਟ ਕਰਕੇ ਉਹਨੂੰ ਬਾਕੀ ਕੰਟਰੀਜ਼ ਨੂੰ ਵੀ ਉਸ ਚੀਜ਼ ਵੱਲ ਜਾਣਾ ਪੈ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਆਪਾਂ ਉਹ ਦੇਖਦੇ ਹਾਂ ਕਿ ਇਹ ਉਹ ਕੰਟਰੀ ਹੈ ਨੇ ਜਿਹੜੇ ਕਿ ਥਰਡ ਵਰਲਡ ਡਿਵੈਲਪਿੰਗ ਕੰਟਰੀਜ਼ ਨੇ, ਪਹਿਲੀ ਗੱਲ ਤਾਂ ਹੈਗਾ, ਔਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੋਨ ਜਾਂ ਡੈਟ ਲਿੱਤਾ ਹੋਇਆ ਹੈ ਔਰ ਉਹ ਡੈਟ ਨੂੰ ਸਹੀ ਤਰੀਕੇ ਨਾਲ ਮੈਨੇਜ ਨਹੀਂ ਕਰ ਰਹੇ ਹੈਗੇ। ਕਿਉਂਕਿ ਕੁਦਰਤੀ ਗੱਲ ਹੈ, ਡੈਟ ਤਾਂ ਹੀ ਪੇ ਅਦਾ ਹੋਊਗਾ ਜਾਂ ਪੇ ਕਰ ਸਕਣਗੇ ਜੇ ਤੁਹਾਡੇ ਦੇਸ਼ ਦੇ ਹਾਲਾਤ ਠੀਕ ਹੋਣਗੇ ਜਾਂ ਤੁਹਾਡੀ ਇਕਨੋਮੀ ਦੇ ਵਿੱਚ ਜਿਹੜੀ ਪ੍ਰੋਗਰੈਸ ਹੋ ਰਹੀ ਆ ਉਹ ਨੈਸ਼ਨਲ ਇਨਕਮ ਤੇ ਡਿਪੈਂਡ ਕਰਦਾ ਹੈਗਾ ਕਿ ਤੁਹਾਡੀ ਜੇ ਨੈਸ਼ਨਲ ਇਨਕਮ ਸਹੀ ਹੈ ਤਾਂ ਹੀ ਤੁਸੀਂ ਡੈਟ ਨੂੰ ਆਪਣਾ ਪੇ ਕਰ ਪਾਓਗੇ ਨਾ। ਸੋ ਹੁਣ ਡੈਟ ਨੂੰ ਜੇ ਤੁਹਾਡੀ ਨੈਸ਼ਨਲ ਇਨਕਮ ਨਹੀਂ ਸਹੀ ਹੈਗੀ ਹੈ ਤਾਂ ਤੁਸੀਂ ਉਹਨੇ ਵੱਲ ਧਿਆਨ ਨਹੀਂ ਦੇ ਰਹੇ ਹੈਗੇ ਤਾਂ ਡੈਟ ਨਾਲ GDP ਔਰ ਇਨਫਲੇਸ਼ਨ ਦਾ ਡਾਇਰੈਕਟ ਰਿਲੇਸ਼ਨ ਵਿੱਚ ਹੈ ਉਹ ਚੀਜ਼ ਵਿੱਚ। ਬਿਲਕੁਲ। ਆਪਾਂ ਹਰਕੀਰਤ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ, ਉਸ ਤੋਂ ਬਾਅਦ ਇਸ ਮੁੱਦੇ ਨੂੰ ਇਸੇ ਤਰ੍ਹਾਂ ਹੀ ਚਰਚਾ ਨੂੰ ਜਾਰੀ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਮੁੱਦਾ ਇਸੇ ਤਰ੍ਹਾਂ ਇਹਨੂੰ ਰੱਖਾਂਗੇ। ਇੱਕ ਲੈਣੇ ਛੋਟੀ ਜਿਹੀ ਬ੍ਰੇਕ, ਫਿਰ ਵਾਪਸ ਆਉਂਦੇ ਆ ਸਟਾਰ ਟਾਕ ਦੇ ਵਿੱਚ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜੋ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਮਾੜੇ ਹਾਲਾਤ ਬਣੇ ਹੋਏ ਨੇ। ਅੱਛਾ ਹਰਕੀਰਤ ਜੀ, ਆਪਾਂ ਹੁਣ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਚਾਈਨਾ ਦੀ। ਚਾਈਨਾ ਕਿਉਂਕਿ ਕਾਫੀ ਜਿਹੜਾ ਸਮਾਨ ਉੱਥੋਂ ਐਕਸਪੋਰਟ ਹੁੰਦਾ ਹੈ ਬਾਹਰਲੇ ਦੇਸ਼ਾਂ ਨੂੰ, ਤੇ ਇਹ ਸਾਰੇ ਦੇ ਵਿੱਚ ਚਾਈਨਾ ਦਾ ਕੀ ਹੱਥ ਹੈ ਤੇ ਕਿੱਥੇ ਖੜਾ ਚਾਈਨਾ? ਸਮਝ ਜੀ, ਆਪਾਂ ਜਿੱਦਾਂ ਪਹਿਲਾਂ ਗੱਲ ਕਰ ਰਹੇ ਸੀਗੇ ਚਾਈਨਾ ਆਪਾਂ ਉਹਨੂੰ ਐਕਸਪੋਰਟ ਨਹੀਂ ਕਹਿੰਦੇ ਹੈਗੇ। ਬੇਸਿਕਲੀ ਚਾਈਨਾ ਦੇ ਵਿੱਚ ਕੀ ਹੈ ਕਿ ਜਿਹੜੀਆਂ ਵੀ ਮਲਟੀਨੈਸ਼ਨਲ ਕੰਪਨੀਜ਼ ਹੈ ਨੇ ਉਹ ਕੀ ਕਰਦੇ ਨੇ, ਆਪਣਾ ਸਾਰਾ ਜਿਹੜਾ ਪ੍ਰੋਡਕਟਸ ਨੇ ਉੱਥੇ ਭੇਜ ਦਿੰਦੇ ਨੇ, ਉੱਥੋਂ ਮੈਨੂਫੈਕਚਰ ਕਰਾਉਂਦੇ ਨੇ ਔਰ ਉੱਥੋਂ ਅਸੈਂਬਲ ਕਰਕੇ ਵਾਪਸ ਉੱਥੇ ਬੁਲਾ ਲੈਂਦੇ ਨੇ। ਠੀਕ ਹੈ। ਚਾਹੇ ਉਹ ਜਿੰਨੀਆਂ ਵੀ ਵੱਡੀ ਕੰਪਨੀ ਨੇ ਹੈ ਜੋ ਸਾਰੀ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਹੈਂਡਲ ਕਰਦੀਆਂ ਹੈ ਨਾ, ਜਾਂ ਇਸ ਆਪਣੇ ਪ੍ਰੋਡਕਟ ਦੀ ਜਿਹੜੀ ਸਪਲਾਈ ਚੇਨ ਨੂੰ ਇਸ ਤਰ੍ਹਾਂ ਹੈਂਡਲ ਕਰਦੀਆਂ ਨੇ। ਸੋ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਇੰਡੀਆ ਕੋਲ ਇਸ ਟਾਈਮ ਬਹੁਤ ਹੀ ਵੱਡਾ ਮੌਕਾ ਹੈ ਕਿ ਜਿਸ ਟਾਈਮ ਇਹ ਚਾਈਨਾ ਦੇ ਜਿਹੜੇ ਹਾਲਾਤ ਨੇ ਉਹ ਇੰਨੇ ਵਧੀਆ ਨੇ, ਇੰਟਰਨਲ ਲੋਨ ਦੇ ਜਿਹੜੇ ਹੈ ਨੇ ਵਧੀਆ ਨਹੀਂ ਹੈਗੇ ਨੇ। ਸੋ ਇੰਡੀਆ ਨੂੰ ਚਾਹੀਦਾ ਕਿ ਆਪਣੀ ਜਿਹੜੀ ਮੈਨੂਫੈਕਚਰਿੰਗ ਫੈਸਿਲਿਟੀਜ਼ ਨੇ ਹੈਗੀਆਂ ਨੇ ਉਹ ਬਾਕੀ ਮਲਟੀਨੈਸ਼ਨਲ ਕੰਪਨੀ ਨੂੰ ਜੇ ਫੈਸਿਲਿਟੇਟ ਕਰਕੇ ਆਪਣੇ ਇੰਪਲੋਇਮੈਂਟ ਰੇਟ ਨੂੰ ਬਹੁਤ ਜ਼ਿਆਦਾ ਹਾਈ ਕਰ ਸਕਦਾ ਹੈਗਾ, ਵਧੀਆ ਕਰ ਸਕਦਾ ਹੈਗਾ ਔਰ ਉਹਨਾਂ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਕੁਆਲਿਟੀ ਪ੍ਰੋਡਕਟ ਉੱਥੋਂ ਮੈਨੂਫੈਕਚਰ ਹੋਣੇ ਸ਼ੁਰੂ ਹੋ ਜਾਣਗੇ ਜਾਂ ਮੈਨੂਫੈਕਚਰਿੰਗ ਯੂਨਿਟ ਜਿਹੜੀਆਂ ਹੈਗੀ ਉਹ ਪ੍ਰੋਡਿਊਸ ਚੀਜ਼ ਕਰਨਗੀਆਂ ਜਿਹੜੀ ਕੁਆਲਿਟੀ ਵਿਲ ਬੀ ਬੈਟਰ ਦੈਨ ਦਾ ਚਾਈਨੀਜ਼ ਜਿਹੜੇ ਪ੍ਰੋਡਕਟ ਹੈ ਨੇ, ਤਾਂ ਉਹਨਾਂ ਦੀ ਜਿਹੜੀ ਐਕਸੈਪਟੈਂਸ ਹੋਏਗੀ ਜਿਹੜੀ ਵਰਲਡ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹਾਈ ਹੋਏਗੀ। ਠੀਕ ਹੈ। ਲੇਕਿਨ ਆਪਾਂ ਜੇ ਗੱਲ ਕਰੀਏ ਕਿ ਜਿਹੜੀ ਮੇਨ ਚੀਜ਼ ਹੈ ਕਿ ਸ਼ੁਰੂ ਕਿਉਂ ਹੋਇਆ, ਕਿਵੇਂ ਜੇ ਆਪਾਂ ਗੱਲ ਕਰ ਰਹੇ ਹਾਂ ਕਿ ਇਸ ਚੀਜ਼ ਦੀ ਗੱਲ ਹੈ। ਸੋ ਵੁਹਾਨ ਵਾਇਰਸ COVID-19 ਉੱਥੋਂ ਸ਼ੁਰੂ ਹੋਇਆ। ਉਹ 1-2 ਸਾਲ ਪੁਰਾਣੀ ਗੱਲ ਹੈ, ਪੈਂਡੇਮਿਕ ਹੋਇਆ, ਸਾਰੀ ਗੱਲ ਹੋਈ ਕਿ ਸਪਲਾਈ ਚੇਨ ਰੁਕ ਗਈ। ਲੇਕਿਨ ਸਭ ਤੋਂ ਜਿਹੜਾ ਜ਼ਿਆਦਾ ਇਸ ਟਾਈਮ ਜਿਹੜਾ ਇੰਪੈਕਟ ਪਿਆ ਹੈ ਖਾਸ ਕਰਕੇ ਜਦ ਰਸ਼ੀਆ ਨੇ ਇਨਵੇਡ ਕੀਤਾ ਯੂਕਰੇਨ, ਉਦੋਂ ਬਾਅਦ ਜਾਂ ਉਦੋਂ ਪਹਿਲਾਂ ਦੀ ਆਪਾਂ ਗੱਲ ਕਰੀਏ, ਜਨਵਰੀ ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਹੜੀ ਸਪਲਾਈ ਚੇਨ ਜਿਹੜੀ ਰੁਕ ਗਈ ਹੈ ਉਹਦੇ ਮੇਨ ਹੈ ਕਿ ਜਿਹੜਾ ਸ਼ੰਘਾਈ ਦਾ ਲਾਕਡਾਊਨ ਸੀ ਉਹਦੇ ਨਾਲ ਬਹੁਤ ਜ਼ਿਆਦਾ ਚੀਜ਼ ਦਾ ਫਰਕ ਇੰਪੈਕਟ ਪਿਆ ਹੈਗਾ। ਤੁਸੀਂ ਉਹਦੇ ਨਾਲ ਫਰੇਟਸ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਹੈਗਾ। ਜਿਹੜਾ ਕੋਈ ਵੀ ਕੰਟੇਨਰ $300 ਦਾ ਉੱਥੋਂ ਹੋ ਕੇ ਨਾਰਥ ਅਮਰੀਕਾ ਪਹੁੰਚਦਾ ਸੀ, ਅੱਜ ਉਹੀ $1100 ਤੋਂ $1200 ਦਾ ਜਿਹੜਾ ਹੈ ਉਹਦੇ ਚਾਰਜਸ ਕਰ ਰਹੇ ਪਹੁੰਚ ਰਹੇ ਨੇ। ਸੋ ਜਦ ਉਸ ਚੀਜ਼ ਦੀ ਇਹ ਚੀਜ਼ ਪ੍ਰਾਈਸ ਵੱਧਦੇ ਨੇ, ਮਤਲਬ ਰੇਟਸ ਵੱਧਦੇ ਨੇ, ਤਾਂ ਨੈਚੁਰਲ ਗੱਲ ਹੈ ਜਿਹੜੇ ਫਿਨਿਸ਼ਡ ਗੁੱਡ ਦੇ ਵੀ ਰੇਟ ਵੱਧਦੇ ਨੇ। ਬਿਲਕੁਲ, ਹਾਂਜੀ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਚਾਈਨਾ ਦੇ ਬਾਰੇ ਜਿਹੜੀ ਆਪਾਂ ਗੱਲ ਕਰੀਏ ਕਿ ਚਾਈਨਾ ਆਲਸੋ ਕੰਜ਼ਿਊਮਰ ਵੀ ਬਹੁਤ ਵੱਡਾ ਹੈਗਾ। ਸੋ ਉਹਨੂੰ ਇੰਪੋਰਟ ਵੀ ਕਰਨਾ ਪੈਂਦਾ ਔਰ ਐਕਸਪੋਰਟ ਵੀ ਕਰਨਾ ਪੈਂਦਾ ਹੈ। ਲੇਕਿਨ ਇੰਡੀਆ ਦੇ ਵਿੱਚ ਹਜੇ ਇਹ ਚੀਜ਼ ਹੈ ਨਹੀਂ ਕਿ ਇੰਡੀਆ ਦਾ ਬਹੁਤ ਅੱਛਾ ਉਹ ਵੀਟ ਪ੍ਰੋਡਿਊਸ ਕਰਦਾ ਸਾਰਾ। ਹੁਣ ਆਪਾਂ ਪਿੱਛੇ ਜੇ ਗੱਲ ਕਰੀਏ ਤਾਂ ਸ਼ਾਇਦ ਟਰਕੀ ਨੇ ਇੰਡੀਆ ਤੋਂ ਜਿਹੜੀ ਵੀਟ ਹੈ ਜਾਂ ਇਜਿਪਟ ਨੇ ਇੰਡੀਆ ਤੋਂ ਵੀਟ ਉਹ ਇੰਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇੱਥੇ ਇੰਡੀਆ ਨੂੰ ਬਹੁਤ ਜ਼ਿਆਦਾ ਫਾਇਦਾ ਇਸ ਟਾਈਮ ਲੈਣਾ ਚਾਹੀਦਾ ਹੈ ਕਿ ਆਪਣੇ ਜਿਹੜੇ ਇੰਪੋਰਟਸ ਨੂੰ ਹੈਗਾ ਮੈਨੇਜ ਕਰਕੇ ਐਕਸਪੋਰਟ ਨੂੰ ਵਧਾਇਆ ਜਾ ਸਕਦਾ ਹੈ। ਅੱਛਾ, ਕਿਉਂਕਿ ਚਾਈਨਾ ਤੇ ਇੰਡੀਆ ਦੁਨੀਆ ਦੇ ਵਿੱਚ ਸਭ ਤੋਂ 2 ਵੱਡੇ ਦੇਸ਼ ਨੇ ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ। ਜਿਵੇਂ ਹੁਣ ਆਪਾਂ ਚਾਈਨਾ ਦੀ ਗੱਲ ਕੀਤੀ ਹੈ, ਜਿਹੜਾ ਇਹ ਸਾਰਾ ਹੁਣ ਸਿਨੈਰੀਓ ਚੱਲ ਰਿਹਾ ਕਿ ਇੰਡੀਆ ਤੇ ਵੀ ਕੀ ਇਹਦਾ ਕਿੰਨਾ ਕੁ ਪ੍ਰਭਾਵ ਹੈ ਜਾਂ ਕੀ ਆਉਣ ਵਾਲੇ ਸਮੇਂ 'ਚ ਇਹਦੇ ਤੇ ਪਵੇਗਾ ਪ੍ਰਭਾਵ? ਦੇਖੋ ਜੀ, ਇੰਡੀਆ ਵਿੱਚ ਵੀ ਬਿਲਕੁਲ ਇਹਦਾ ਪ੍ਰਭਾਵ ਜ਼ਰੂਰ ਪਏਗਾ ਕਿਉਂਕਿ ਜਿਹੜਾ ਮੇਨ ਚੀਜ਼ ਹੁੰਦੀ ਹੈ GDP ਔਰ ਡੈਟ ਜਿਹੜੀ ਰੇਸ਼ੀਓ ਹੁੰਦੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈਗੀ ਹੈ। ਮੈਂ ਪੜ੍ਹ ਰਿਹਾ ਸੀ ਕਿਤੇ ਵੀ ਜਿਹੜੀਆਂ 4 ਇੰਡੀਅਨ ਸਟੇਟਸ ਹੈਗੀਆਂ ਨੇ, ਪੰਜਾਬ, ਆਂਧਰਾ ਪ੍ਰਦੇਸ਼ ਔਰ ਬਿਹਾਰ ਔਰ ਇੱਕ ਹੈ ਜੀ ਇੱਕ ਹੋਰ ਸਟੇਟ ਹੈ ਸੀ ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ GDP ਰੇਸ਼ੀਓ ਕਾਫੀ ਜ਼ਿਆਦਾ ਔਰ ਪੂਰੇ ਦੇਸ਼ GDP ਔਰ ਡੈਟ ਦੀ ਰੇਸ਼ੀਓ ਕਾਫੀ ਜ਼ਿਆਦਾ ਫਰਕ ਹੈ ਉਹਨਾਂ ਨਾਲੋਂ। ਸੋ ਇਦਾਂ ਹੀ ਬਾਕੀ ਸਟੇਟਸ ਦੇ ਵਿੱਚ ਵੀ ਫਰਕ ਪੈ ਸਕਦਾ ਹੈਗਾ। ਬਿਲਕੁਲ। UP ਸੋ ਬਾਕੀ ਚੀਜ਼ ਵਿੱਚ ਵੀ ਫਰਕ ਪੈ ਸਕਦਾ ਹੈ ਇਸ ਚੀਜ਼ ਦੇ ਵਿੱਚ। ਲੇਕਿਨ
ਜਿਸ ਤਰ੍ਹਾਂ ਜੇ ਸੈਲਫ ਸਸਟੇਨਡ ਹੋ ਜਾਂਦਾ ਹੈਗਾ, ਉਸ ਵੱਲ ਆਪਣੇ ਮੈਨੇਜ ਆਪਣੇ ਫਾਈਨੈਂਸ਼ੀਅਲਸ ਨੂੰ ਸਹੀ ਤਰੀਕੇ ਨਾਲ ਕਰਦੇ ਨੇ, ਤਾਂ ਇੰਡੀਆ ਵਿੱਚ ਉਨਾ ਜ਼ਿਆਦਾ ਫਰਕ ਨਹੀਂ ਪੈਣ ਵਾਲਾ ਹੈਗਾ। ਨੋ ਡਾਊਟ ਕਿ ਉਹ ਡਿਵੈਲਪਿੰਗ ਜਿਹੜਾ ਨੇਸ਼ਨ ਹੈ, ਲੇਕਿਨ ਹੁਣ ਦੇਖੋ ਨਾਲ ਦਾ ਗੁਆਂਢੀ ਮੁਲਕ ਹੈ ਜਿਹੜਾ ਉਹਨਾਂ ਦੇ ਪਾਕਿਸਤਾਨ, ਬਿਲਕੁਲ। ਸੋ ਹੁਣ ਉਹਨਾਂ ਦੇ ਦੇਖੋ ਜਿਹੜੀ ਕਰੰਸੀ ਦੀ ਵੈਲਿਊਏਸ਼ਨ ਕੀ ਡਿਵੈਲੂਏਸ਼ਨ ਕੀ ਹੋਈ ਹੈ ਕਿ $1 ਇਜ਼ ਇਕੁਅਲ ਟੂ 200 ਆਫ ਰੁਪੀਜ਼ ਆਫ ਪਾਕਿਸਤਾਨੀ ਰੁਪੀਜ਼। ਹਾਂਜੀ। ਸੋ ਉਹ ਇਹ ਕਹਿ ਰਹੇ ਨੇ ਕਿ ਜੇ ਇਸ ਤਰ੍ਹਾਂ ਹੀ ਸੈਕੰਡ ਕੁਆਟਰ ਦਾ ਵੀ ਇਦਾਂ ਚੱਲਦਾ ਰਿਹਾ ਹੈਗਾ ਤਾਂ ਦੇਰ ਵਿਲ ਬੀ ਲੋਟ ਆਫ ਟਰਬਲ, ਫਾਈਨੈਂਸ਼ੀਅਲ ਟਰਬਲ ਜਿਹੜੇ ਪਾਕਿਸਤਾਨ ਵਿੱਚ ਆ ਸਕਦਾ ਹੈ ਪਾਕਿਸਤਾਨ ਦੇ ਵਿੱਚ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜੇ ਮੱਦੇਨਜ਼ਰ ਰੱਖਦੇ ਹੋਈਏ ਜਰਾ ਗੱਲ ਕਰੀਏ ਕਿ ਸਾਡਾ ਜਿਹੜਾ ਫਾਈਨੈਂਸ਼ੀਅਲ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ। ਅੱਛਾ ਹਰਕੀਰਤ ਜੀ, ਇਹ ਸਾਰਾ ਕੁਝ ਤਾਂ ਚੱਲ ਰਿਹਾ ਦੁਨੀਆ ਦੇ ਵਿੱਚ ਹੁਣ, ਕੁਦਰਤੀ ਗੱਲ ਹੈ ਜੇ ਹੁਣ ਇਹਨਾਂ 70 ਦੇਸ਼ਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਤਾਂ ਇਕਨੋਮੀ ਦਾ ਵੈਸੇ ਬੁਰਾ ਹਾਲ ਹੈ। ਤੇ ਹੁਣ ਇੱਕ ਹੋਰ ਜਿਹੜਾ ਡਰ ਦੁਨੀਆ ਦੇ ਵਿੱਚ ਜਿਹੜਾ ਲੋਕਾਂ ਨੂੰ ਸਤਾ ਰਿਹਾ ਉਹ ਹੈ ਰਿਸੈਸ਼ਨ ਦਾ। ਹੁਣ ਲਗਾਤਾਰ ਇਹ ਗੱਲਾਂ ਸ਼ੁਰੂ ਹੋ ਗਈਆਂ ਨੇ ਵੀ ਛੇਤੀ ਰਿਸੈਸ਼ਨ ਆ ਜਾਣਾ। ਜੇ ਆਪਾਂ ਉੱਤਰੀ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਤੇ ਕੈਨੇਡਾ ਦੇ ਵਿੱਚ ਰਿਸੈਸ਼ਨ ਦੀ ਗੱਲ ਸ਼ੁਰੂ ਹੋ ਗਈ ਹੈ ਵੀ ਜੇ ਲਗਾਤਾਰ 2 ਕੁਆਟਰ ਜਿਹੜੀ ਤੁਹਾਡੀ ਇਕਨੋਮੀ GDP ਮਾਈਨਸ ਚਲੀ ਗਈ ਤੇ ਮਤਲਬ ਵੀ ਰਿਸੈਸ਼ਨ ਆ ਗਿਆ। ਤੁਸੀਂ ਕੀ ਦੇਖਦੇ ਹੋ ਵੀ ਵਾਕਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ? ਦੇਖੋ ਹਾਲਾਤ, ਜੇ ਆਪਾਂ ਮੌਕਿੰਗ ਦੀ ਗੱਲ ਕਰੀਏ, ਜੇ ਆਪਾਂ ਸਿਚੁਏਸ਼ਨ ਦੀ ਗੱਲ ਕਰੀਏ, ਜੇ ਆਪਾਂ ਸਿਗਨਲਸ ਦੀ ਗੱਲ ਕਰੀਏ, ਫਾਈਨੈਂਸ਼ੀਅਲ ਸਿਗਨਲਸ ਦੀ ਗੱਲ ਕਰੀਏ, ਤਾਂ ਡੈਫੀਨਿਟਲੀ ਉਹਨੂੰ ਆਪਾਂ ਦੇਖਿਆ ਜਾ ਸਕਦਾ ਹੈਗਾ ਕਿ ਉਹੀ ਸਿਗਨਲ ਜਿਹੜੇ ਕਿ 2008 ਜਾਂ 1980s ਵਿੱਚ ਆਏ ਸੀ, ਸੇਮ ਸਿਗਨਲਸ ਹੈ ਨੇ। ਬੇਸਿਕ ਜਿਹੜੇ ਚੈੱਕ ਹੁੰਦੇ ਨੇ ਕਿ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਹੈਲਥ ਕੀ ਹੈ ਤੁਹਾਡੇ ਕੰਟਰੀ ਦੀ, ਤੁਹਾਡਾ GDP ਦੀ ਗਰੋਥ ਕੀ ਹੈ ਔਰ ਤੁਹਾਡੀ ਇਨਫਲੇਸ਼ਨ ਕੀ ਹੈ। ਕੈਨੇਡਾ ਜੇ ਆਪਾਂ ਗੱਲ ਕਰੀਏ 31 ਈਅਰ ਦੀ ਸਭ ਤੋਂ ਹਾਈਐਸਟ ਇਨਫਲੇਸ਼ਨ ਇਸ ਟਾਈਮ ਚੱਲ ਰਹੀ ਹੈਗੀ ਹੈ। US ਦੀ ਗੱਲ ਕਰੀਏ ਉੱਥੇ ਵੀ ਇਨਫਲੇਸ਼ਨ ਜਿਹੜੀ ਹੈ ਘੱਟੋ ਘੱਟ 2 ਦਹਾਕਿਆਂ ਤੋਂ ਬਹੁਤ ਜ਼ਿਆਦਾ, ਉਦੋਂ 2000 ਤੱਕ ਜਿੰਨੀ ਵੀ ਇਨਫਲੇਸ਼ਨ ਉਹ ਤੋਂ ਵੱਧ ਚੱਲ ਰਹੀ ਹੈਗੀ ਹੈ। ਇਸ ਤਰ੍ਹਾਂ ਹੀ ਇੰਡੀਆ ਦੀ ਜਿਹੜੀ ਇੰਡੀਆ ਹੈ, UK ਹੈ, ਫਰਾਂਸ ਹੈ, ਜਰਮਨੀ ਹੈ, ਇਹਨਾਂ ਦੀ ਇਨਫਲੇਸ਼ਨ ਰੇਟ ਜਿਹੜੀ ਹੈ ਬਹੁਤ ਜ਼ਿਆਦਾ ਹਾਈ ਹੋ ਚੁੱਕੀ ਹੈਗੀ ਹੈ। ਖਾਸ ਕਰਕੇ ਜਦ ਤੋਂ ਇਹ ਪੈਂਡੇਮਿਕ ਤੋਂ ਬਾਅਦ, ਖਾਸ ਕਰਕੇ ਜਦ ਰਸ਼ੀਆ ਨੇ ਇਨਵੇਡ ਕੀਤਾ ਯੂਕਰੇਨ ਨੂੰ। ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਹੈ ਇਹ 'ਚ 2 ਚੀਜ਼ਾਂ ਦੀ ਜਿਹੜੀ ਮੈਂ ਗੱਲ ਕਰ ਰਿਹਾ, ਪਹਿਲਾਂ ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਤਾਂ ਚਲੋ ਆਇਲ ਰੇਟਸ ਤਾਂ ਹੈ ਹੀ ਨੇ, ਸੈਕੰਡ ਹੁੰਦਾ ਕਿ ਅਨਪਲੋਇਮੈਂਟ ਰੇਟਸ, ਔਰ ਸਭ ਤੋਂ ਵੱਡੀ ਗੱਲ ਹੈ ਕਿ ਫੂਡ ਦੇ ਰੇਟਸ। ਹੁਣ ਇਸ ਟਾਈਮ ਕਈ ਇਹੋ ਜਿਹੇ ਯੂਰੋਪੀਅਨ ਕੰਟਰੀ ਹੈ ਨਾ ਜਿੱਥੇ ਬ੍ਰੈਡ ਦੀ ਕਮੀ ਆ ਚੁੱਕੀ ਹੈ ਕਿਉਂਕਿ ਵੀਟ ਜਿਹੜੀ ਹੈ ਉਹ ਨਹੀਂ ਮਿਲ ਰਹੀ ਹੈਗੀ, ਇੰਪੋਰਟ ਨਹੀਂ ਹੋ ਪਾ ਰਹੀ ਹੈਗੀ ਹੈ। ਸੋ ਦੈਟ ਇਜ਼ ਅ ਮੇਜਰ ਥਿੰਗ। ਸੋ ਖਾਸ ਕਰਕੇ ਉਹ ਕੰਟਰੀ ਜਿਹੜੇ ਕਿ ਬਹੁਤ ਜ਼ਿਆਦਾ ਵੀਟ ਐਕਸਪੋਰਟ ਕਰਦੇ ਸੀ, ਜੇ ਉਹ ਵੀਟ ਆਪਣੇ ਹੋਰਡਿੰਗ ਸ਼ੁਰੂ ਕਰ ਦੇਣਗੇ ਤਾਂ ਵੀਟ ਜਿਹੜੇ ਪ੍ਰਾਈਸਿਸ ਨੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਵੱਧ ਜਾਣਗੇ। ਜਦ ਫੂਡ ਦੇ ਜਿਹੜੇ ਰੇਟਸ ਨੇ ਉਹ ਵੱਧ ਜਾਂਦੇ ਹੈ ਨੇ ਤਾਂ ਡੈਫੀਨੇਟਲੀ ਉੱਥੇ ਬਹੁਤ ਜ਼ਿਆਦਾ ਅਨਰੈਸਟ ਹੁੰਦਾ, ਉਹ ਬਹੁਤ ਖਾਣ ਨੂੰ ਨਹੀਂ ਲੋਕਾਂ ਨੂੰ ਮਿਲੇਗਾ ਤਾਂ ਡੈਫੀਨੇਟਲੀ ਉਹ ਚੀਜ਼ ਪ੍ਰੋਬਲਮ ਆਏਗੀ ਲੋਕਾਂ 'ਚ ਫਰਸਟ੍ਰੇਸ਼ਨ ਆਵੇਗੀ। ਹਾਂਜੀ, ਕੁਦਰਤੀ ਗੱਲ ਹੈ ਫਿਰ ਜਿਹੜੀ ਦੰਗੇ ਫਸਾਦ ਹੋਣੇ ਸ਼ੁਰੂ ਹੋ ਜਾਂਦੇ ਨੇ। ਬਿਲਕੁਲ, ਸਿਵਲ ਵਾਰ ਜਿਹੜੀ ਸਿਵਲ ਅਨਰੈਸਟ ਹੁੰਦੀ ਹੈ ਉਹ ਇਸ ਤਰ੍ਹਾਂ ਹੀ ਹੁੰਦੀ ਹੈ ਕਿ ਜਦ ਹੈਵ ਔਰ ਹੈਵ ਨਾਟਸ ਵਿੱਚ ਤਾਂ ਪਹਿਲੇ ਗੱਲ ਤਾਂ ਰੇਟ ਵੱਧ ਜਾਂਦਾ, ਦੇਰ ਇਜ਼ ਅ ਡਿਫਰੈਂਸ। ਔਰ ਦੂਸਰੀ ਗੱਲ ਇਹ ਹੈ ਕਿ ਜਦ ਲੋਕਾਂ ਨੂੰ ਬੇਸਿਕ ਜਿਹੜੀ ਨੈਸੈਸਿਟੀਜ਼ ਹੈ ਨੇ, ਜਿਹੜੀਆਂ ਮੂਵ ਕਰਨ ਦੇ ਵਾਸਤੇ ਆਇਲ ਔਰ ਖਾਣ ਵਾਸਤੇ ਜਿਹੜੀ ਰੋਟੀ ਨਹੀਂ ਮਿਲਦੀ ਹੈਗੀ, ਉਸ ਤੋਂ ਬਾਅਦ ਹੀ ਇਹ ਚੀਜ਼ ਸਿਵਲ ਅਨਰੈਸਟ ਹੁੰਦੀਆਂ ਹੈਗੀਆਂ ਨੇ। ਸੋ ਇਹ ਬਹੁਤ ਜ਼ਿਆਦਾ ਡੈਲੀਕੇਟ ਸਿਚੁਏਸ਼ਨ ਹੈਗੀ ਹੈ, ਖਾਸ ਕਰਕੇ ਡਿਵੈਲਪਿੰਗ ਕੰਟਰੀਜ਼ ਵਾਸਤੇ, ਕਿਉਂਕਿ ਤੁਸੀਂ ਦੇਖੋ ਯੂਗਾਂਡਾ, ਕੀਨੀਆ, ਘਾਨਾ ਜਿਹੜੇ ਇਹ ਕੰਟਰੀ ਨੇ, ਸਾਊਥ ਅਫਰੀਕਾ, ਇਜਿਪਟ, ਨਾਈਜੀਰੀਆ, ਇਹ ਉਹ ਕੰਟਰੀ ਨੇ ਜਿਹਨਾਂ ਦੀ ਪਹਿਲੇ ਜਿਹੜੀ ਇਕਨੋਮੀ ਉੱਥੇ ਆਲਰੇਡੀ ਜਿਹੜੀਆਂ ਬਹੁਤ ਬੁਰਾ ਹਾਲ ਹੈ ਸੀ, ਜੇ ਉੱਥੇ ਉਹਨਾਂ ਨੂੰ ਨਹੀਂ ਜਗ੍ਹਾ ਹੈਂਡਲ ਕੀਤਾ ਜਾਏਗਾ ਤਾਂ ਬਹੁਤ ਜਲਦ ਇਥੋਪੀਆ, ਯੂਗਾਂਡਾ, ਸੋ ਇਹ ਉਹ ਕੰਟਰੀਜ਼ ਨੇ ਜਿੱਥੇ ਕਿ ਸਾਨੂੰ ਆਲਰੇਡੀ ਇਹ ਨਜ਼ਰ ਆ ਰਿਹਾ ਕਿ ਜੇ ਉਹ ਉੱਥੇ ਉਹਨਾਂ ਨੂੰ ਨਹੀਂ ਹੈਲਪ ਆਊਟ ਕੀਤਾ ਜਾਏਗਾ ਜਾਂ ਨਹੀਂ ਉਹਨਾਂ ਨੂੰ ਬੇਲ ਆਊਟ ਕੀਤਾ ਜਾਏਗਾ ਤਾਂ ਉੱਥੇ ਪ੍ਰੋਬਲਮ ਇਹ ਚੀਜ਼ਾਂ ਆ ਸਕਦੀਆਂ ਹੈਗੀਆਂ ਨੇ। ਅੱਛਾ ਹਰਕੀਰਤ ਜੀ, ਕਿਉਂਕਿ ਹੁਣ ਜਿਵੇਂ ਤੁਸੀਂ ਵੀ ਹੁਣ ਕਹਿ ਰਹੇ ਹੋ ਵੀ ਰਿਸੈਸ਼ਨ ਜੋ ਹਾਲਾਤ ਨੇ ਬਣ ਰਹੇ ਨੇ ਰਿਸੈਸ਼ਨ ਦੇ, ਪਰ ਜੋ ਦੁਨੀਆ ਦੇ ਬਾਕੀ ਦੇਸ਼ਾਂ ਦੇ ਹਾਲਾਤ ਬਣੇ ਹੋਏ ਨੇ ਜਾਂ ਅਮਰੀਕਾ ਦੇ ਤੇ ਕੈਨੇਡਾ ਦੇ ਹਾਲਾਤ ਨੇ, ਕੀ ਮਾਹਿਰਾਂ ਵੱਲੋਂ ਕੋਈ ਦੱਸਿਆ ਜਾ ਰਿਹਾ ਵੀ ਕੀ ਇਸ ਚੀਜ਼ ਨੂੰ ਰੋਕਿਆ ਵੀ ਜਾ ਸਕਦਾ, ਇਹਦੇ ਲਈ ਕੋਈ ਰੈਮੇਡੀਜ਼ ਵੀ ਕੋਈ ਹੈਗੀਆਂ ਨੇ? ਬਿਲਕੁਲ, ਦੇਖੋ ਜੀ ਰੈਮੇਡੀਜ਼ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਤੁਹਾਡੀ ਜਿਹੜੀ ਹਮੇਸ਼ਾ ਹੀ ਕਿ ਜਿਹੜੀ ਬੋਰੋਇੰਗ ਨੂੰ ਉਹ ਆਪਣਾ ਮੈਨੇਜ ਕਰਨਾ ਚਾਹੀਦਾ ਹੈਗਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹੁਣ ਸ਼੍ਰੀਲੰਕਾ ਨੂੰ ਬਾਰਾ ਕੀਤਾ ਸੀ ਬਹੁਤ ਸਾਰੀ ਚੀਜ਼ਾਂ, ਖਾਸ ਕਰਕੇ ਚਾਈਨਾ ਤੋਂ, ਔਰ ਚਾਈਨਾ ਜਦ ਬਾਰਾ ਕੀਤਾ ਤਾਂ ਚਾਈਨਾ ਨੇ ਇੱਕ ਅਨਡਿਸਕਲੋਜ਼ਡ ਕਲੌਜ਼ ਵਿੱਚ ਪਾ ਦਿੰਦੇ ਨੇ ਕਿ ਅਸੀਂ ਜੇ ਤੁਹਾਨੂੰ ਬਾਰੋ ਕਰਾਂਗੇ ਤੁਹਾਡੀ ਜਿਹੜੀ ਅਸੀਂ ਤੁਹਾਨੂੰ ਜੇ ਲੈਂਡ ਕਰਾਂਗੇ ਤਾਂ ਜੇ ਤੁਹਾਡੀ ਇਕਨੋਮੀ ਦੇ ਵਿੱਚ ਜਾਂ ਤੁਹਾਡੇ ਉਸ ਦੇ ਵਿੱਚ ਅਸੀਂ ਆਪਣਾ ਹੱਥ ਰੱਖਾਂਗੇ ਕਿ ਜਿਹੜੀ ਪਾਲਿਸੀ ਮੇਕਿੰਗ ਦੇ ਵਿੱਚ ਉਹ ਨਹੀਂ ਹੋਣਾ ਚਾਹੀਦਾ ਹੈਗਾ, ਕਿਉਂਕਿ ਉਹਨੇ ਕੀ ਕੀਤਾ ਆਪਣੇ ਵੈਸਟਰਨ ਇੰਟਰਸਟ ਜਿਹੜੇ ਹੈ ਨੇ ਉਹ ਰੱਖ ਕੇ ਉਹਨਾਂ ਨੂੰ ਇਹ ਸ਼ਰਤ ਰੱਖ ਕੇ ਉਹਨੂੰ ਲੈਂਡ ਕੀਤਾ। ਨੈਚੁਰਲ ਗੱਲ ਹੈ ਕਿ ਜਦ ਕੋਈ ਵੀ ਬਾਹਰਲਾ ਕੰਟਰੀ ਆ ਕੇ ਤੁਹਾਡੀ
ਇਕਨੋਮੀ ਦੇ ਵਿੱਚ, ਤੁਹਾਡੇ ਫਾਈਨੈਂਸ਼ੀਅਲ ਹੈਲਥ ਦੇ ਵਿੱਚ, ਤੁਹਾਡੀ ਫਾਈਨੈਂਸ਼ੀਅਲ ਪਾਲਿਸੀ ਮੇਕਿੰਗ ਦੇ ਵਿੱਚ ਕੋਈ ਇੰਟਰਫੇਅਰ ਕਰੇਗਾ ਤਾਂ ਉਹ ਆਪਣਾ ਵੈਸਟਰਨ ਇੰਟਰਸਟ ਲੈ ਕੇ ਹੀ ਕਰੇਗਾ। ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਇੱਥੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ ਵੀ ਜਿਹੜਾ ਚਾਈਨਾ ਹੈ ਉਹ ਲਗਾਤਾਰ ਜਿਹੜੀਆਂ ਪਾਲਿਸੀ ਮੇਕਿੰਗ ਦੇ ਵਿੱਚ ਇਨਫਿਲਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਗੱਲ ਵੱਖਰੀ ਹੈ ਕਿ ਜਿਹੜੇ ਡਿਵੈਲਪ ਕੰਟਰੀਜ਼ ਨੇ ਤੇ ਸਟਰੋਂਗ ਕੰਟਰੀ ਨੇ ਆਪਣੇ ਆਪ ਨੂੰ ਬਚਾ ਰਹੇ ਨੇ। ਸੋ ਜਿਹੜੇ ਪਰ ਮਾੜੇ ਜਾਂ ਕਮਜ਼ੋਰ ਕੰਟਰੀ ਨੇ, ਦੇਸ਼ ਨੇ, ਉਹਨਾਂ ਦੇ ਤਾਂ ਕੁਦਰਤੀ ਗੱਲ ਹੈ ਵੀ ਕੈਨੇਡਾ ਨੇ ਆਪਣਾ ਗੱਲਬਾਤ ਪਾ ਹੀ ਲੈਣਾ। ਬਿਲਕੁਲ ਜੀ, ਉਹ ਪਾ ਲੈਣਾ। ਦੇਖੋ ਜਿਹੜੇ ਉਸ ਕੰਟਰੀਜ਼ ਨੂੰ ਚਾਹੀਦਾ ਕੀ ਹੈ, ਸਭ ਤੋਂ ਪਹਿਲਾਂ ਤਾਂ ਉਹ ਕਿਸੇ ਬਾਹਰਲੇ ਕੰਟਰੀ ਨੂੰ ਆਪਣੇ ਫਾਈਨੈਂਸ਼ੀਅਲ ਮੈਟਰ ਦੇ ਵਿੱਚ ਦਖਲ ਨਾ ਦੇਣ। ਦੂਸਰੀ ਗੱਲ ਹੈ, ਦੇਖੋ ਜੇ ਬੋਰੋਇੰਗ ਤੁਸੀਂ ਘੱਟ ਕਰੋਗੇ ਤਾਂ ਤੁਹਾਨੂੰ ਨੈਸ਼ਨਲ ਜਿਹੜੀ ਹੈ ਉਹ ਜਿਹੜੀ ਗਰੋਥ ਹੈ ਉਹਨੂੰ ਵੀ ਧਿਆਨ ਰੱਖਣਾ ਪੈਣਾ ਹੈ। ਨੈਸ਼ਨਲ ਇਨਕਮ ਨੂੰ ਵਧਾਉਣਾ ਚਾਹੀਦਾ ਹੈਗਾ। ਹੁਣ ਤੁਸੀਂ ਹੈਰਾਨ ਹੋਵੋਗੇ, ਆਈ ਵਾਜ਼ ਰੀਅਲੀ ਸਰਪ੍ਰਾਈਜ਼ ਜਦ ਮੈਂ ਇਹ ਪੜ੍ਹੇ ਦੇਖਿਆ ਕਿ ਇੰਡੀਆ ਦੇ ਵਿੱਚ ਇਹ ਸਾਰੀ ਕੰਟਰੀ 'ਚ ਨੈਸ਼ਨਲ ਇਨਕਮ ਆਉਂਦੀ ਕਿੱਥੋਂ ਹੈ? ਜਦ ਆਪਾਂ ਟੈਕਸਿਸ ਕਲੈਕਟ ਕਰਦੇ ਹੈਗੇ ਆ, ਚਾਹੇ ਉਹ ਇਨਕਮ ਟੈਕਸ ਹੈ ਜਾਂ ਬਾਕੀ ਕਿਸੇ ਵੀ ਤਰ੍ਹਾਂ ਦੇ ਟੈਕਸਿਸ ਕਲੈਕਟ ਕਰਦੇ ਨੇ, ਤਾਂ ਹੀ ਅਸੀਂ ਸਰਕਾਰ ਨੂੰ ਰਿਚ ਕਰਦੇ ਹਾਂ ਔਰ ਤਾਂ ਹੀ ਅਸੀਂ ਲੋਕਾਂ ਤੇ, ਆਪਣੀ ਪਬਲਿਕ ਤੇ ਪੈਸਾ ਖਰਚਦੇ ਹੈਗੇ ਆ। ਇੰਡੀਆ ਦੇ ਵਿੱਚ ਓਨਲੀ 3% ਆਫ ਦਾ ਐਕਟਿਵ ਜਿਹੜੇ ਕਿ ਬਿਜ਼ਨੈਸਸ ਨੇ ਜਾਂ ਬਾਕੀ ਜਿਹੜੇ ਹੋਰ ਲੋਕ ਨੇ ਉਹ ਟੈਕਸ ਪੇ ਕਰਦੇ ਨੇ। ਅੱਛਾ ਜੀ, ਠੀਕ ਹੈ। ਸੋ 97% ਜਿਹੜਾ ਉਹ ਟੈਕਸਸ ਨੇ ਉਹ ਪੇ ਨਹੀਂ ਕਰਦੇ ਹੈਗੇ, ਤਾਂ ਜਿਹੜੀ ਇਨਕਮ, ਸਰਕਾਰ ਦੀ ਇਨਕਮ ਕਿੱਥੋਂ ਆਏਗੀ? ਬਿਲਕੁਲ। ਉਹ ਬਾਕੀ ਆਮ ਜਿਹੜੀ ਪਾਲਿਸੀਜ਼ ਨੂੰ ਕਿੱਦਾਂ ਬਣਾਉਣਗੇ ਉਸ ਚੀਜ਼ ਨੂੰ? ਸੋ ਸਭ ਤੋਂ ਪਹਿਲਾਂ ਆਪਣੇ ਟੈਕਸਸ ਨੂੰ ਮੈਨੇਜ ਕਰਨਾ ਚਾਹੀਦਾ ਹੈਗਾ, ਆਪਣੀ ਸਪੈਂਡਿੰਗ ਨੂੰ ਮੈਨੇਜ ਕਰਨਾ ਚਾਹੀਦਾ ਹੈਗਾ, ਔਰ ਆਪਣੇ ਇਹ ਦੇਖਣਾ ਚਾਹੀਦਾ ਹੈਗਾ ਕਿ ਅਸੀਂ ਜਿਹੜਾ ਬੋਰੋ ਕਰਦੇ ਹੈਗੇ ਆ ਉਹਨੂੰ ਸਹੀ ਤਰੀਕੇ ਨਾਲ ਬੋਰੋ ਕਰਨ। ਸੋ ਨੈਚੁਰਲ ਗੱਲ ਹੈ, ਸਪੈਂਡਿੰਗ ਜਿਹੜੀ ਹੈ ਉਹ ਘਟਾਓ, ਬਿਲਕੁਲ, ਔਰ ਜਿਹੜਾ ਬੋਰੋ ਹੈ ਉਹ ਵੀ ਘਟਾਓ। ਜਿਹੜੇ ਲੋਕਾਂ ਦਾ ਟੈਕਸ ਦੇਣਾ ਬਣਦਾ ਉਹਨਾਂ ਤੋਂ ਟੈਕਸ ਤੁਸੀਂ ਕਲੈਕਟ ਕਰੋ। ਔਰ ਆਪਣੇ ਇਹ ਦੇਖੋ ਕਿ ਕਿੱਥੇ ਅਸੀਂ ਜਿਹੜੀ ਨਵੀਆਂ ਜੌਬ ਓਪਰਚੁਨਿਟੀਜ਼ ਪੈਦਾ ਕਰਕੇ ਲੋਕਾਂ ਨੂੰ ਉੱਥੇ ਜੌਬਸ ਦਈਏ, ਲੇਕਿਨ ਉਹ ਜੌਬ ਤੋਂ ਕੰਟਰੀ ਨੂੰ ਕਿੱਦਾਂ ਫਾਇਦਾ ਹੋਣਾ ਹੈਗਾ ਉਹ ਟੈਕਸਸ ਵੀ ਦਈਏ ਤੇ ਆਪਣੀ ਜਿਹੜੀ ਇੰਪੋਰਟ ਨੂੰ ਘਟਾ ਕੇ ਐਕਸਪੋਰਟ ਨੂੰ ਵਧਾਈਏ ਉਸ ਚੀਜ਼ ਦਾ। ਸੋ ਇਹ ਬੇਸਿਕ ਚੀਜ਼ਾਂ ਜਿਹੜੀਆਂ ਮਾਹਿਰਾਂ ਨੇ ਕਹੀਆਂ ਗਈਆਂ ਹੈਗੀਆਂ ਨੇ। ਜੇ ਆਪਾਂ ਇਹਦੇ ਪਰ ਇਹ ਲੌਂਗ ਟਰਮ ਪਾਲਿਸੀ ਹੋਣੀ ਚਾਹੀਦੀ ਆ। ਜੇ ਆਪਾਂ ਕਹੀਏ ਵੀ ਅੱਜ ਉਸ ਚੀਜ਼ ਦਾ ਤੁਹਾਨੂੰ ਫਾਇਦਾ ਹੋਣ ਲੱਗ ਜਾਣਗੇ, ਉਹ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਸਮਝ ਜੀ। ਹਰਕਿਰਤ ਜੀ, ਅੱਜ ਦੇ ਕਿਉਂਕਿ ਆਪਣਾ ਸਮਾਂ ਤਕਰੀਬਨ ਸਮਾਪਤੀ ਵੱਲ ਹੈ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਿਮਰਤ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅੱਜ ਦਾ ਵਿਸ਼ਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਤੁਸੀਂ ਆਪਣੇ ਵਿਚਾਰ ਸਾਡੇ ਨਾਲ ਈਮੇਲ ਜਾਂ ਫੋਨ ਦੇ ਜ਼ਰੀਏ ਵੀ ਸਾਂਝੇ ਕਰ ਸਕਦੇ ਹੋ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਨਵਾਂ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।